Hello everyone, welcome to my channel. My name is Harinder Singh. I am presently teaching at Government Senior Secondary School Dandrala Dinsa. You can reach me at this mail. ਅੱਜ ਆਪਾਂ ਅਧਿਆਇ 4 ਕਾਰਬਨ ਦਾ ਜਿਹੜਾ ਚੌਥਾ ਭਾਗ ਕਰਨ ਜਾ ਰਹੇ ਹਾਂਗੇ। ਪਹਿਲੇ 3 ਭਾਗ ਜ਼ਰੂਰ ਦੇਖ ਲੈਣੇ ਨੇ ਤਾਂ ਹੀ ਚੌਥੇ ਭਾਗ ਦਾ ਜਿਹੜਾ ਸਮਝ ਆਏਗਾ ਤੁਹਾਨੂੰ। ਸੋ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਕਲਾਸ ਦੇ। ਹੁਣ ਤੱਕ ਆਪਾਂ ਪੜ੍ਹ ਕੇ ਆਏ ਹਾਂ ਵੀ ਜਿਹੜਾ ਕਾਰਬਨ ਹੈ ਉਹ ਲੰਬੀਆਂ ਲੜੀਆਂ ਬਣਾਉਂਦਾ। ਕਾਰਬਨ ਕਾਰਬਨ ਬੰਧਨ ਦੀ ਲੰਬੀ ਲੜੀ ਬਣਾਉਂਦਾ। ਇਹ 4 ਦੀ ਵੀ ਹੋ ਸਕਦੀ ਹੈ ਕਾਰਬਨਾਂ ਦੀ, ਇਸੇ ਤਰ੍ਹਾਂ ਇਹ 5 ਕਾਰਬਨ ਵੀ ਹੋ ਸਕਦੇ ਨੇ, ਇਸੇ ਤਰ੍ਹਾਂ ਇਹ 6 ਵੀ ਹੋ ਸਕਦੇ ਨੇ। ਵੱਧਦੇ ਵੱਧਦੇ ਇਹ 100 ਕਾਰਬਨ ਦੀ ਲੜੀ ਵੀ ਹੋ ਸਕਦੀ ਹੈ, 1000 ਕਾਰਬਨ ਦੀ ਲੰਬੀ ਲੜੀ ਵੀ ਹੋ ਸਕਦੀ ਹੈ। ਸੋ ਇਹਦੇ ਵਿੱਚ ਕੀ ਪੜ੍ਹ ਕੇ ਆਏ ਹਾਂ ਆਪਾਂ ਵੀ ਕਈ ਦਹਾਕੇ ਕਾਰਬਨ ਪਰਮਾਣੂ ਵੀ ਹੋ ਸਕਦੇ ਨੇ ਅਤੇ 1-2 ਵੀ ਹੋ ਸਕਦੇ ਨੇ। ਇਹਨਾਂ ਦੇ ਵਿੱਚ ਹੁਣ ਆਪਾਂ ਨੇ ਮੀਥੇਨ ਪੜ੍ਹਿਆ CH4, ਇੱਕ ਕਾਰਬਨ ਦੇ ਨਾਲ ਕਿੰਨੇ ਲੱਗੇ ਹੋਏ ਨੇ 4 ਹਾਈਡਰੋਜਨ। ਕਾਰਬਨ ਦੀ ਜਿਹੜੀ ਲੰਬੀ ਲੜੀ ਬਣਾਉਣ ਦਾ ਗੁਣ ਹੈ ਉਹਨੂੰ ਕੀ ਕਹਿੰਦੇ ਆਪਾਂ, ਲੜੀ ਬੰਧਨ। ਕਾਰਬਨ 4 ਬੰਧਨ ਬਣਾਉਂਦਾ ਹੈ, ਇਸ ਕਰਕੇ ਕੀ ਹੈਗਾ ਚੌ ਸੰਯੋਜਕ। ਠੀਕ ਹੈ ਜੀ। ਨੈਕਸਟ ਇਸ ਤੋਂ ਬਾਅਦ ਈਥੇਨ ਦੀ ਸਟਰਕਚਰ ਬਣਾਈ ਸੀ ਆਪਾਂ ਨੇ, ਪ੍ਰੋਪੇਨ ਦੀ ਬਣਾਈ ਸੀ, ਬਿਊਟੇਨ ਦੀ ਕੀਤੀ ਸੀ, ਪੈਂਟੇਨ ਦੀ ਵੀ ਬਣਾਈ ਸੀ। ਠੀਕ ਹੈ, ਹੈਕਸੇਨ ਦੀ ਵੀ ਕਰੀ ਹੋਈ ਆ। 6 ਕਾਰਬਨ ਸਾਰਿਆਂ ਦੇ ਬੰਧਨ ਪੂਰੇ ਕਰੇ ਹੋਏ ਨੇ। ਹੁਣ ਧਿਆਨ ਦਿਓ, ਅਗਰ ਇੱਕ ਕਾਰਬਨ ਹੈ ਉਹਦੇ ਨਾਲ 4 ਹਾਈਡਰੋਜਨ ਲੱਗੇ ਹੋਏ ਨੇ, ਉਹ ਚਾਰੋਂ ਹਾਈਡਰੋਜਨ ਸਿਰਫ ਇੱਕੋ ਵੇ ਨਾਲ ਜੁੜ ਸਕਦੇ ਨੇ, ਉਹ ਇਹ ਹੈ। ਅਗਰ ਆਪਾਂ 2 ਕਾਰਬਨ ਦਾ ਬੰਧਨ ਦੇਖੀਏ ਤਾਂ ਇਹ ਕਾਰਬਨ 2 ਦਾ ਬੰਧਨ ਹੋ ਗਿਆ, ਇਹਦੇ ਨਾਲ ਹਾਈਡਰੋਜਨ ਜੋੜੇ ਹੋਏ ਨੇ। ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਜੋੜਨ ਦੀ ਕੋਸ਼ਿਸ਼ ਕਰੀਏ ਇਹੀ ਵੇ ਬਣੇਗਾ। ਅਗਰ ਆਪਾਂ 3 ਕਾਰਬਨ ਦੀ ਗੱਲ ਕਰੀਏ, ਧਿਆਨ ਦਿਓ, ਇੱਕ ਇਹ ਵੇ ਹੋ ਸਕਦਾ, ਇੱਕ ਵੇ ਕੀ ਹੋ ਸਕਦਾ, ਇੱਕ ਕਾਰਬਨ ਇੱਧਰ ਅਤੇ ਇੱਕ ਕਾਰਬਨ ਇਸ ਕਾਰਬਨ ਨਾਲ। ਜੇ ਮਿਡਲ ਵਾਲੇ ਕਾਰਬਨ ਦੇ ਨਾਲ ਦੋਨੋਂ ਕਾਰਬਨ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਵੀ ਇੱਕ ਇਹ ਲੰਬੀ ਲੜੀ ਹੀ ਬਣ ਰਹੀ ਹੈ। ਤਾਂ ਮਤਲਬ 3 ਕਾਰਬਨ ਕਿਸੇ ਵੀ ਵੇ ਨਾਲ ਸਿੱਧੀ ਲੜੀ ਦੇ ਵਿੱਚ ਹੀ ਜੋੜਨਗੇ। ਪਰ ਜਦੋਂ ਕੇਸ 4 ਕਾਰਬਨ ਦਾ ਆਉਂਦਾ ਹੈ ਉਸ ਟਾਈਮ ਥੋੜ੍ਹੀ ਗੜਬੜ ਹੁੰਦੀ ਹੈ। ਕਿਸ ਤਰ੍ਹਾਂ ਨਾਲ ਅਰੇਂਜਮੈਂਟ ਦੀ, ਧਿਆਨ ਦਿਓ। 4 ਕਾਰਬਨ ਸਿੱਧੇ ਜੁੜੇ ਹੋਏ ਨੇ, ਪਹਿਲਾ ਕਾਰਬਨ, ਦੂਸਰਾ ਕਾਰਬਨ, ਦੂਸਰੇ ਕਾਰਬਨ ਦੇ ਨਾਲ ਹੀ ਤੀਸਰਾ ਕਾਰਬਨ ਲੱਗਿਆ ਹੋਇਆ, ਚੌਥਾ ਕਾਰਬਨ ਵੀ ਦੂਸਰੇ ਕਾਰਬਨ ਨਾਲ ਲੱਗਿਆ। ਹੁਣ ਧਿਆਨ ਦਿਓ, ਇੱਕ ਲੰਬੀ ਲੜੀ 'ਚ ਨਹੀਂ ਹੈਗੀ, ਇੱਥੇ 3 ਕਾਰਬਨ ਤਾਂ ਲੰਬੀ ਲੜੀ 'ਚ ਨੇ। ਚੌਥਾ ਕਾਰਬਨ ਕਿੱਦਾਂ ਆ ਗਿਆ, ਨੀਚੇ ਸ਼ਾਖਾ ਦੇ ਵਿੱਚ ਆ ਗਿਆ। 1 2 3, ਚੌਥਾ ਇਸ ਤਰ੍ਹਾਂ। ਸੇਮ ਵੇ ਇਹ ਕਾਰਬਨ ਉੱਪਰ ਨੂੰ ਵੀ ਲੱਗਿਆ ਹੋ ਸਕਦਾ। ਠੀਕ ਹੈ, ਇਹੀ ਬਿਊਟੇਨ ਦਾ ਢਾਂਚਾ ਇਹਨਾਂ ਨੇ ਡਿਸਕਸ ਕਰਿਆ ਹੋਇਆ ਬੁੱਕ ਦੇ ਵਿੱਚ। ਜਦ ਆਪਾਂ ਪੜ੍ਹਾਂਗੇ 2 ਵੱਖ-ਵੱਖ ਢਾਂਚੇ ਬਣਦੇ ਨੇ ਬਿਊਟੇਨ ਦੇ। ਪਹਿਲਾ ਢਾਂਚਾ 4 ਕਾਰਬਨ ਸਿੱਧੇ ਲਾਈਨ ਦੇ ਵਿੱਚ, ਦੂਜੇ ਢਾਂਚੇ ਦੇ ਵਿੱਚ 2 ਬ੍ਰਾਂਚਸ ਦੇ ਵਿੱਚ। ਹੁਣ ਦੋਨਾਂ ਰਚਨਾਵਾਂ 'ਚ ਦੇਖੀਏ ਤਾਂ 4 ਕਾਰਬਨ ਲੱਗੇ ਹੋਏ ਨੇ, ਧਿਆਨ ਦਿਓ। ਜੇਕਰ ਆਹ ਵਾਲਾ ਕਾਰਬਨ ਦੇਖੀਏ, ਆਹ ਲੰਬੀ ਲੜੀ ਵਾਲਾ, ਜਿਹਦੇ ਇਸ ਕਾਰਬਨ ਦੇ ਆਪਾਂ 4 ਬੰਧਨ ਪੂਰੇ ਕਰਨੇ ਹੋਣ, ਹਾਈਡਰੋਜਨ ਆਪਾਂ ਲਗਾਉਣੇ ਆ 1 2 3 ਹਾਈਡਰੋਜਨ ਲੱਗਣਗੇ। ਇਹ ਕਾਰਬਨ ਦੇ ਆਪਾਂ ਪੂਰੇ ਕਰਨੇ ਹੋਣ 2 ਹਾਈਡਰੋਜਨ, ਇਹ ਕਾਰਬਨ ਲਈ ਆਪਾਂ ਨੂੰ 2 ਲਗਾਉਣੇ ਪੈਣਗੇ, ਇਹ ਕਾਰਬਨ ਲਈ ਆਪਾਂ ਨੂੰ 3 ਹਾਈਡਰੋਜਨ ਲਗਾਉਣੇ ਪੈਣਗੇ। ਸੋ ਇਸ ਤਰ੍ਹਾਂ ਨਾਲ ਕੀ ਹੋ ਗਿਆ, ਜਿਹੜਾ ਕਾਰਬਨ ਹੈ ਉਹ ਕਿੰਨੇ ਨੇ 4, ਹਾਈਡਰੋਜਨ ਕਿੰਨੀਆਂ ਨੇ 3 2 5 2 7 3 10। ਕਾਰਬਨ ਕਿੰਨੇ ਆ 4, ਹਾਈਡਰੋਜਨ ਕਿੰਨੇ ਆ 10। ਜਦੋਂ ਆਪਾਂ ਇਹਦੀ ਕੀ ਬਣਾਉਂਦੇ ਆ, ਲੰਬੀ ਲੜੀ। ਇਹਨੂੰ ਆਪਣੇ ਮਾਈਂਡ 'ਚ ਰੱਖਣਾ। ਹੁਣ ਆਪਾਂ ਸੈਕਿੰਡ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ 4 ਕਾਰਬਨ ਬਣਾਏ ਨੇ, 1 2 ਤੀਸਰਾ ਅਤੇ 4th। ਸਹੀ, 1 2 ਤੀਸਰਾ ਅਤੇ 4th। ਹੁਣ ਆਪਾਂ ਹਾਈਡਰੋਜਨ ਦੁਬਾਰਾ ਤੋਂ ਲਗਾਉਂਦੇ ਹਾਂ। ਇੱਕ ਇਹ ਵਾਲੇ ਦੇ ਉੱਤੇ ਲਗਾਈਏ ਜੇ ਆਪਾਂ ਤਾਂ ਕਿੰਨੇ ਹਾਈਡਰੋਜਨ ਲੱਗਣਗੇ, 3 ਹਾਈਡਰੋਜਨ, ਕਿਉਂਕਿ ਇਸ ਵਾਲੇ ਦਾ ਕਾਰਬਨ ਕੀ ਹੁੰਦਾ ਚੌ ਸੰਯੋਜਕ। ਇਸ ਵਾਲੇ ਦੇ ਉੱਤੇ ਅਲੱਗ ਤੋਂ 3 ਹਾਈਡਰੋਜਨ ਲੱਗਣਗੇ। ਹੁਣ ਜਿਹੜਾ ਆਹ ਵਾਲਾ ਕਾਰਬਨ ਹੈ ਇਹ 2 ਬੰਧਨ ਬਣਾਈ ਬੈਠਾ, 3 ਬੰਧਨ ਬਣੇ ਹੋਏ ਨੇ ਸੌਰੀ ਇਸਦੇ। ਇੱਕ ਬੰਧਨ ਇਸ ਵਾਲੇ ਕਾਰਬਨ ਦੇ ਨਾਲ, ਇੱਕ ਇੱਧਰ ਇੱਕ ਇੱਧਰ। ਤਾਂ ਇਹਦੇ ਨਾਲ ਕਿੰਨੇ ਹਾਈਡਰੋਜਨ ਲੱਗਣਗੇ, ਓਨਲੀ 1 ਹਾਈਡਰੋਜਨ। ਇਸ ਵਾਲੇ ਨਾਲ ਕਿੰਨੇ ਲੱਗਣਗੇ, 3।
ਸੋ ਟੋਟਲ ਹਾਈਡਰੋਜਨ ਜੇਕਰ ਕਾਊਂਟ ਕਰੀਏ, ਕਾਰਬਨ ਤਾਂ 4 ਨੇ, ਠੀਕ ਹੈ, ਹਾਈਡਰੋਜਨ ਕਾਊਂਟ ਕਰੀਏ 3 ਇੱਥੇ, 3 ਇਸ ਸਾਈਡ, 1 ਅਤੇ 3 ਇੱਥੇ, 3 3 9 ਅਤੇ 1 10। ਸੋ ਜੇਕਰ ਆਪਾਂ ਬ੍ਰਾਂਚ ਵੀ ਕੱਢ ਰਹੇ ਹੈਗੇ ਤਾਂ ਵੀ ਕਿੰਨੇ ਹਾਈਡਰੋਜਨ ਲੱਗ ਰਹੇ ਨੇ? 10 ਹਾਈਡਰੋਜਨ ਲੱਗ ਰਹੇ ਨੇ। ਸੋ ਅਜਿਹੇ ਯੌਗਿਕ ਜਿਨ੍ਹਾਂ ਦੇ ਅਣਵੀ ਸੂਤਰ ਸਮਾਨ ਹੋਣ, ਅਣਵੀ ਸੂਤਰ ਸਮਾਨ ਹੈ ਕਿੱਦਾਂ? C4H10 ਜਿਹੜਾ ਆਪਾਂ ਬਣਾਇਆ ਉਹ ਵੀ ਕਿੰਨਾ ਸੀ? C4H10 ਹੀ ਸੀ। ਦੋਨੋਂ ਅਣਵੀ ਸੂਤਰ ਸਮਾਨ ਨੇ ਪਰ ਉਹਨਾਂ ਦੀ ਜਿਹੜੀ ਰਚਨਾਵਾਂ ਨੇ ਉਹ ਵਿਭਿੰਨ ਹੋਣ। ਜੇ ਆਪਾਂ ਰਚਨਾ ਬਣਾਈਏ ਦੋਨਾਂ ਦੀ ਅਲੱਗ ਅਲੱਗ ਬਣੇ ਤਾਂ ਉਹਨਾਂ ਨੂੰ ਕੀ ਕਹਾਂਗੇ ਆਪਾਂ? ਬਣਤਰੀ ਸਮੰਗਕ। ਕੀ ਕਿਹਾ ਜਾਏਗਾ ਉਹਨਾਂ ਨੂੰ? ਬਣਤਰੀ ਸਮੰਗਕ। ਬੇਟਾ ਇਹਨਾਂ ਨੂੰ ਯਾਦ ਕਰ ਲੈਣਾ। ਸਟਰਕਚਰਲ ਆਈਸੋਮਰਸ ਕੀ ਹੁੰਦੇ ਨੇ? ਜਿਨ੍ਹਾਂ ਦੇ ਅਣਵੀ ਸੂਤਰ ਤਾਂ ਸਮਾਨ ਹੋਣ ਪਰ ਰਚਨਾਵਾਂ ਕੀ ਹੋਣ? ਵਿਭਿੰਨ ਹੋਣ। ਸੇਮ ਵੇ ਨਾਲ ਜੇ ਤੁਸੀਂ 5 ਵਾਲੇ ਦਾ ਬਣਾ ਕੇ ਦੇਖਣਾ ਗਾ, ਤੁਸੀਂ ਟਰਾਈ ਕਰਨਾ। ਹੋਮਵਰਕ ਤੁਹਾਡਾ ਇਹ ਹੈ, 5 ਕਾਰਬਨ ਇਹ ਰਹੇ, ਇਹਦੀਆਂ ਬ੍ਰਾਂਚਸ ਕੱਢਣ ਦੀ ਕੋਸ਼ਿਸ਼ ਕਰਨੀ ਹੈ, ਇਹਦੀਆਂ ਲੜੀਆਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਆਪਾਂ ਨੇ ਇਹ ਵਾਲੇ ਦੇ ਵਿੱਚ ਬਣਾਈਆਂ ਨੇ। ਤਾਂ ਦੇਖਣਾ ਵੀ ਇਸ ਵਾਲੇ ਦੇ ਕਿੰਨੇ ਬਣਤਰੀ ਸਮੰਗਕ ਹੈ ਜਿਹੜੇ ਬਣਾ ਪਾਉਂਦੇ ਹੋ ਤੁਸੀਂ। ਸੋ ਕਾਰਬਨ ਦੀ ਸਿੱਧੀ ਲੜੀ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਅਤੇ ਉਹਦੇ ਵਿੱਚ ਲੜੀਆਂ ਦੇ ਵਿੱਚੋਂ ਇਹਨੇ ਸ਼ਾਖਾਵਾਂ ਕਿਵੇਂ ਬਣਦੀਆਂ ਨੇ ਉਹਦੇ ਬਾਰੇ ਵੀ ਆਪਾਂ ਪੜ੍ਹ ਚੁੱਕੇ ਹਾਂ, ਸਟਰਕਚਰ ਬਣਾ ਚੁੱਕੇ, ਠੀਕ ਹੈ। ਸੋ ਹੁਣ ਜਿਹੜੀ ਅਗਲੀ ਟਾਈਪ ਹੈ ਜੋ ਕਾਰਬਨ ਦੇ ਬੰਧਨ ਦੀ ਹੈ, ਉਹਦੇ ਵਿੱਚ ਇਹ ਪਰਮਾਣੂ ਹੈ ਜਿਹੜਾ ਛੱਲੇ ਦੇ ਆਕਾਰ ਦੇ ਵਿੱਚ ਵੀ ਵਿਚਰਦਾ ਹੈ। ਕਿਸ ਤਰ੍ਹਾਂ ਨਾਲ? ਸਪੋਜ਼ ਕਰੋ ਆਪਾਂ 5 ਕਾਰਬਨ ਅਣੂ ਲੈ ਲੈਂਦੇ ਹਾਂ ਅਤੇ 1 2 3 ਚੌਥਾ ਅਤੇ 5ਵਾਂ। ਸੋ ਇਹ ਤੁਹਾਡੇ 5 ਕਾਰਬਨ ਪਰਮਾਣੂ। ਹੁਣ ਇਹਨਾਂ ਦੇ ਹਾਈਡਰੋਜਨ ਪੂਰੇ ਕਰਨੇ ਹੋਣ, ਇਹ ਕਾਰਬਨ ਦੇ 2 ਬੰਧਨ, ਇੱਕ ਬੰਧਨ ਇਸ ਸਾਈਡ ਬਣਿਆ ਹੋਇਆ, ਦੂਸਰਾ ਇਸ ਸਾਈਡ, ਤਾਂ ਕਿੰਨੇ ਹਾਈਡਰੋਜਨ ਲੱਗਣਗੇ ਇਹਦੇ ਨਾਲ? 2। ਇਸ ਨਾਲ 1, ਇਸ ਨਾਲ 2। ਇਹਦੇ ਵੀ 2 ਬੰਧਨ ਬਣੇ ਹੋਏ ਨੇ, 2 ਹਾਈਡਰੋਜਨ। ਇਸ ਦੇ ਵੀ 2 ਬੰਧਨ ਬਣੇ ਹੋਏ ਨੇ, 2 ਹਾਈਡਰੋਜਨ। ਇਸ ਦੇ ਵੀ 2 ਬੰਧਨ ਬਣੇ ਹੋਏ ਨੇ, ਤਾਂ ਕਿੰਨੀਆਂ ਹਾਈਡਰੋਜਨ ਲੱਗਣਗੀਆਂ? 2। ਸੋ ਧਿਆਨ ਦਿਓ, ਕਾਰਬਨ ਕਿੰਨੇ ਆ? 5। ਹਾਈਡਰੋਜਨ ਕਿੰਨੀ ਹੈ? 10। 1 2 3 4 5 6 7 8 9 10। तो 5 ਕਾਰਬਨ, ਹਾਈਡਰੋਜਨ ਕਿੰਨੇ? 10। ਕਾਰਬਨ ਕਾਰਬਨ ਬੰਧਨ ਕਿਹੜਾ? ਇਕਹਿਰਾ ਬੰਧਨ। ਕਾਰਬਨ ਤੇ ਕਾਰਬਨ ਦਾ ਬੰਧਨ ਕਿਹੜਾ? ਇਕਹਿਰਾ ਬੰਧਨ। ਤਾਂ ਇਸ ਦਾ ਮਤਲਬ ਕੀ ਹੋ ਗਿਆ? ਜਦੋਂ ਤਾਂ ਆਪਾਂ ਕਾਰਬਨ ਤੇ ਕਾਰਬਨ ਸਿੱਧੀ ਲੜੀ ਬਣਾ ਰਹੇ ਹਾਂ 5 ਦੀ, ਤਾਂ C5H ਕਿੰਨੇ ਆ ਰਹੇ ਸੀਗੇ? 12। ਹੁਣ ਜਦੋਂ ਆਪਾਂ ਇਹ ਲੜੀ ਨੂੰ ਬੰਦ ਕਰ ਦਿੰਦੇ ਹੈਗੇ ਤਾਂ ਕਿੰਨੇ ਰਹਿ ਜਾਂਦੇ ਨੇ? 10। C5 ਕਿੰਨਾ ਹੋ ਜਾਂਦਾ ਹੈਗਾ? H ਕਿੰਨੇ ਆ ਜਾਂਦੇ ਨੇਗੇ? 10। ਉਹ ਕਿਉਂ ਆਉਂਦੇ ਨੇ? ਧਿਆਨ ਦਿਓ, ਕਿਹੜਾ ਕਾਰਬਨ ਘਟ ਰਿਹਾ ਹੈਗਾ? ਆਹ ਵਾ। ਕਿਹੜੇ ਹਾਈਡਰੋਜਨ ਰਿਮੂਵ ਹੋ ਰਹੇ ਨੇ? ਇਹਨਾਂ ਦੋਨਾਂ ਵਾਲੇ। ਜਦੋਂ ਲੰਬੀ ਲੜੀ ਨੂੰ ਬੰਦ ਕਰਾਂਗੇ ਤਾਂ ਆਹ ਸਿਰੇ ਵਾਲੇ ਕਾਰਬਨ ਇੱਕ ਦੂਜੇ ਨਾਲ ਜੁੜ ਜਾਣਗੇ। ਜਿਹੜਾ ਇਹ ਇੱਕ ਬੰਧਨ ਹੈ ਇਹ ਇਸ ਕਾਰਬਨ ਲਈ ਵੀ ਵਾਜੂ, ਇਸ ਕਾਰਬਨ ਲਈ ਵੀ ਵਾਜੂ, ਜਿਹਦੇ ਕਰਕੇ ਇੱਥੋਂ ਜਿਹੜੇ 3 ਹਾਈਡਰੋਜਨ ਲੱਗੇ ਹੋਏ ਸੀ ਉਹ ਕੀ ਹੋ ਜਾਣਗੇ? ਰਿਮੂਵ ਹੋ ਜਾਣਗੇ। ਕਿੱਦਾਂ? ਧਿਆਨ ਦਿਓ, ਇੱਕ ਹਾਈਡਰੋਜਨ, ਦੂਸਰਾ, ਤੀਸਰਾ। ਸਿਰੇ ਵਾਲਿਆਂ ਦੇ ਉੱਤੇ ਕਿੰਨੇ ਲੱਗੇ ਹੋਏ ਸੀ? 3 ਹਾਈਡਰੋਜਨ। ਮਿਡਲ ਦੇ ਵਿੱਚ ਤਾਂ 2 ਹੁੰਦੇ ਨੇ ਪਹਿਲਾਂ ਹੀ। ਜਦੋਂ ਤੁਸੀਂ ਇਹਨੂੰ ਸ਼ਾਖ ਬੰਦ ਲੜੀ ਬਣਾਓਗੇ ਤਾਂ ਜਿਹੜਾ ਆਹ ਵਾਲਾ ਬੰਧਨ ਹੈ ਇਹ ਵਾਲੇ ਹਾਈਡਰੋਜਨ ਵਿਸਥਾਪਿਤ ਹੋ ਜਾਣਗੇ, ਇਹਨਾਂ ਦੋਨਾਂ ਤੋਂ ਬਣ ਕੇ ਕਿੰਨਾ ਬਣ ਜਾਣਾ? ਕਲੋਜ਼ ਸਟਰਕਚਰ ਬਣ ਜਾਣੀ ਹੈ ਤੁਹਾਡੀ, ਛੱਲੇ ਦੇ ਆਕਾਰ ਦੀ ਸਟਰਕਚਰ ਬਣ ਜਾਣੀ। ਨੈਕਸਟ ਸਟਰਕਚਰ ਹੈ ਜਿਹੜੀ ਬੁੱਕ ਦੇ ਵਿੱਚ ਦਿੱਤੀ ਵੀ ਆ ਉਹ 6 ਕਾਰਬਨ ਦੀ ਹੈ। ਜੇਕਰ ਆਪਾਂ 6 ਕਾਰਬਨ ਦੀ ਬਣਾਉਣੀ ਹੋਵੇ ਤਾਂ ਇਸ ਤਰ੍ਹਾਂ ਬਣੇਗੀ। ਹੁਣ ਹਾਈਡਰੋਜਨ ਇਸ ਦੇ ਨਾਲ ਵੀ 2, ਇਸ ਦੇ ਨਾਲ ਵੀ 2, ਇਸ ਨਾਲ ਵੀ 2, ਹਰ ਇੱਕ ਦੇ ਨਾਲ 2। ਤਾਂ ਧਿਆਨ ਦਿਓ, ਜੇਕਰ ਆਪਾਂ ਸੰਤ੍ਰਿਪਤ ਹੈ ਜਿਹੜੇ ਸੰਤ੍ਰਿਪਤ ਯੌਗਿਕ ਹਾਈਡਰੋਕਾਰਬਨ, ਜੇ ਤਾਂ ਆਪਾਂ ਬਣਾ ਰਹੇ ਹਾਂ ਰਾਜੇ ਉਹਨੂੰ ਸਿੰਪਲ ਸਿੱਧੀ ਲੜੀ ਦੇ ਵਿੱਚ, ਤਾਂ ਕੀ ਹੋਏਗਾ?
ਕਾਰਬਨ ਕਿੰਨੇ ਲੱਗਣਗੇ, ਡਬਲ ਤੋਂ 2+ ਦੇ ਵਿੱਚ। ਤਾਂ ਜਨਰਲ ਫਾਰਮੂਲਾ ਕੀ ਸੀਗਾ, CnH2n+2 ਐਲਕੇਨ ਦਾ। ਪਰ ਇਹ ਵੀ ਐਲਕੇਨ ਪਰਿਵਾਰ ਦੇ ਨਾਲ ਹੀ ਸੰਬੰਧ ਰੱਖਦੇ ਨੇ, ਕਿਉਂਕਿ ਕਾਰਬਨ ਤੇ ਕਾਰਬਨ ਦੇ ਵਿਚਕਾਰ ਕੀ ਹੈਗਾ, ਸਿੰਗਲ ਗਹਿਰਾ ਬੰਧਨ ਹੈ। ਤਾਂ ਜੇ ਸਾਈਕਲੋਹੈਕਸੇਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੈਗਾ, 6 ਕਾਰਬਨ, H ਕਿੰਨੇ ਹੈਗੇ, 12, ਇੱਥੇ ਡਬਲ ਹੋ ਜਾਣਗੇ। ਜਦੋਂ ਵੀ ਤੁਸੀਂ ਨੇ ਛੱਲੇ ਦੀ ਆਕਾਰ ਦੀ ਸੰਰਚਨਾ ਬਣਾਉਣੀ ਹੈ ਤਾਂ ਕੀ ਕਰਨਾ, ਡਬਲ ਕਰ ਦੇਣਾ। ਸੇਮ ਵੇ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਆਉਂਦਾ ਕੰਪਾਊਂਡ ਜਿਹੜਾ ਯਾਦ ਰੱਖਣਾ ਤੁਸੀਂ ਅਸੰਤ੍ਰਿਪਤ ਦੇ ਵਿੱਚ, ਬਾਈ ਹਾਰਟ ਯਾਦ ਕਰ ਲੈਣਾ ਇਹਨੂੰ, ਅਗਲੀਆਂ ਕਲਾਸਿਸ ਦੇ ਵਿੱਚ ਇਹਦਾ ਬਹੁਤ ਯੂਜ਼ ਆਏਗਾ ਤੁਹਾਡਾ। ਕਿੰਨੇ ਕਾਰਬਨ ਹੈ ਇਹਦੇ ਵਿੱਚ, 6 ਕਾਰਬਨ। ਕਾਰਬਨ ਵੀ 6 ਹੈ ਅਤੇ ਹਾਈਡਰੋਜਨ ਵੀ ਇਹਦੇ ਨਾਲ ਕਿੰਨੇ ਹੈਗੇ, 6 ਲੱਗੇ ਹੋਏ ਆ। ਅਗਰ 6 ਹਾਈਡਰੋਜਨ ਲੱਗੇ ਹੋਏ ਆ ਤਾਂ ਹਰੇਕ ਨਾਲ ਇੱਕ ਇੱਕ ਹਾਈਡਰੋਜਨ ਆਪਾਂ ਲਗਾ ਦਿੰਦੇ ਹਾਂ। ਸੋ ਹਰੇਕ ਨਾਲ ਇੱਕ ਇੱਕ ਹਾਈਡਰੋਜਨ ਆ ਜਿਹੜਾ ਲੱਗ ਚੁੱਕਿਆ। ਹੁਣ ਅਗਰ ਆਪਾਂ ਇਹ ਵਾਲੇ ਕਾਰਬਨ ਦੀ ਗੱਲ ਕਰੀਏ ਤਾਂ ਇਸ ਕਾਰਬਨ ਦਾ ਇੱਕ ਬੰਧਨ ਹਾਈਡਰੋਜਨ ਨਾਲ, ਇੱਕ ਇਹ ਵਾਲੇ ਕਾਰਬਨ ਨਾਲ, ਇੱਕ ਇਹ ਵਾਲੇ ਕਾਰਬਨ ਨਾਲ, ਕੁੱਲ ਕਿੰਨੇ ਬੰਧਨ ਬਣ ਰਹੇ ਨੇ, 3। ਬਣਨੇ ਕਿੰਨੇ ਚਾਹੀਦੇ ਆ, ਕਾਰਬਨ 4 ਸੰਯੋਜਕ ਹੁੰਦਾ, ਬਣਨੇ ਚਾਹੀਦੇ ਆ 4। ਸੋ ਇੱਕ ਬੰਧਨ ਇਹਦਾ ਕੀ ਹੋ ਰਿਹਾ, ਘਟ ਰਿਹਾ। ਇਸ ਕਰਕੇ ਇਹਦਾ ਕੀ ਆ ਉਰੇ, ਦੋਹਰਾ ਬੰਧਨ ਆਪਾਂ ਬਣਾ ਦਿੰਦੇ ਹਾਂ। ਹੁਣ ਆਹ ਵਾਲੇ ਕਾਰਬਨ ਦੀ ਆਪਾਂ ਕਾਊਂਟਿੰਗ ਕਰਦੇ ਆਂਗੇ। ਇਹ ਵਾਲੇ ਲਈ ਇੱਕ ਹਾਈਡਰੋਜਨ ਨਾਲ, ਇੱਕ ਨੀਚੇ ਵਾਲੇ ਕਾਰਬਨ ਨਾਲ, 2 ਉੱਪਰ ਵਾਲੇ ਕਾਰਬਨ ਨਾਲ, ਟੋਟਲ ਬੰਧਨ 4 ਕੰਪਲੀਟ। ਇਹ ਵਾਲੇ ਕਾਰਬਨ ਦੇ 4 ਬੰਧਨ ਕੰਪਲੀਟ, ਇਹ ਵਾਲੇ ਕਾਰਬਨ ਦੇ 4 ਬੰਧਨ ਕੰਪਲੀਟ। ਹੁਣ ਧਿਆਨ ਦਿਓ ਆਹ ਵਾਲੇ ਕਾਰਬਨ ਦੇ ਲਈ, ਹੁਣ ਇਹ ਵਾਲਾ ਕਾਰਬਨ ਦੇ ਸੇਮ 3 ਬੰਧਨ ਬਣ ਰਹੇ ਨੇ, ਪਰ ਇੱਥੇ ਦੋਹਰਾ ਬੰਧਨ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ, ਜੇ ਇੱਥੇ ਦੋਹਰਾ ਬੰਧਨ ਬਣੂਗਾ ਤਾਂ ਇਹ ਵਾਲੇ ਕਾਰਬਨ ਦੇ ਕਿੰਨੇ ਬੰਧਨ ਬਣ ਜਾਣਗੇ, 5 ਬਣ ਜਾਣਗੇ ਇਹ ਵਾਲੇ ਕਾਰਬਨ ਦੇ, ਜਿਹਦੇ ਕਰਕੇ ਆਪਾਂ ਨੂੰ ਨੀਚੇ ਦੋਹਰਾ ਬੰਧਨ ਬਣਾਉਣਾ ਪੈਣਾ। ਹੁਣ ਇਸ ਦੇ 4 ਬੰਧਨ ਪੂਰੇ, ਇਸ ਦੇ 4 ਬੰਧਨ ਪੂਰੇ, ਠੀਕ ਹੈ। ਸੇਮ ਵੇ ਨਾਲ ਇਸ ਸਾਈਡ ਹੈ ਜਿਹੜਾ ਦੋਹਰਾ ਬੰਧਨ। ਤਾਂ ਜਦੋਂ ਆਪਾਂ ਬੈਂਜੀਨ ਦਾ ਸਟਰਕਚਰ ਬਣਾਉਣਾ C6H6 ਦਾ, ਤਾਂ ਧਿਆਨ ਰੱਖਣਾ 3 ਦੋਹਰੇ ਬੰਧਨ ਆਉਣਗੇ, ਅਲਟਰਨੇਟ ਆਉਣਗੇ। ਇੱਥੇ ਆ ਗਿਆ, ਇੱਧਰ ਨਹੀਂ ਆਏਗਾ, ਇੱਧਰ ਨਹੀਂ ਆਏਗਾ, ਇੱਥੇ ਆ ਗਿਆ, ਇੱਧਰ ਨਹੀਂ ਆਏਗਾ, ਇੱਧਰ ਨਹੀਂ ਆਏਗਾ, ਇੱਥੇ ਆ ਗਿਆ, ਜਿਹੜਾ ਨਾਲ ਵਾਲੇ ਆ ਉੱਥੇ ਕਿਤੇ ਵੀ ਨਹੀਂ ਆਏਗਾ। ਸੋ ਇਹ ਤੁਹਾਡਾ ਕੰਪਲੀਟ ਹੈ। ਨੈਕਸਟ ਸਲਾਈਡ ਵੱਲ ਵੱਧਦੇ ਹਾਂ ਆਪਾਂ। ਹੁਣ ਜਿਹੜਾ ਕਾਰਬਨ ਹੈ ਉਹ ਕਾਫੀ ਮਿੱਤਰਤਾਪੂਰਵਕ ਤੱਤ ਹੈ, ਮਿੱਤਰਤਾਪੂਰਨ ਤੱਤ ਹੈ। ਇਹਦੇ ਵਿੱਚ ਕੀ ਹੈ, ਕਾਰਬਨ, ਹੋਰ ਤੱਤ, ਹੈਲੋਜਨ। ਪਹਿਲਾਂ ਤੁਹਾਨੂੰ ਹੈਲੋਜਨ ਪਰਿਵਾਰ ਬਾਰੇ ਪਤਾ ਹੋਣਾ ਚਾਹੀਦਾ। ਹੈਲੋਜਨ ਦੇ ਵਿੱਚ ਆਪਾਂ ਮੇਨਲੀ ਕਿਹਦੇ ਬਾਰੇ ਪੜ੍ਹਾਂਗੇ ਇਸ ਚੈਪਟਰ ਦੇ ਵਿੱਚ, ਕਲੋਰੀਨ ਅਤੇ ਬ੍ਰੋਮੀਨ ਦੇ ਵਿੱਚ। ਜਦੋਂ ਵੀ ਹੈਲੋਜਨ ਦੀ ਗੱਲ ਕੀਤੀ ਜਾਊ ਤਾਂ ਕਲੋਰੀਨ ਜਾਂ ਬ੍ਰੋਮੀਨ ਦੀ ਗੱਲ ਕੀਤੀ ਜਾਊਗੀ ਇਸ ਚੈਪਟਰ ਦੇ ਰਿਗਾਰਡਿੰਗ। ਫਰਦਰ ਆਪਾਂ ਇਹਦੇ ਵਿੱਚ ਚੈਪਟਰ 5ਵੇਂ ਦੇ ਵਿੱਚ ਪੜ੍ਹਾਂਗੇ। ਹੁਣ ਹੈਲੋਜਨ ਹੋ ਗਿਆ, ਆਕਸੀਜਨ, ਨਾਈਟ੍ਰੋਜਨ ਅਤੇ ਸਲਫਰ, ਇਹਨਾਂ ਨਾਲ ਵੀ ਬੰਧਨ ਬਣਾਉਂਦੀ ਹੈ। ਪਰ ਹੁਣ ਧਿਆਨ ਦਿਓ, ਜਿਵੇਂ ਸਪੋਜ਼ ਕਰੋ ਆਪਾਂ ਗੱਲ ਕਰੀਏ ਮੀਥੇਨ ਦੀ, CHR, ਇਹਦੇ ਨਾਲ ਤਾਂ ਚਾਰੋਂ H ਲੱਗੇ ਹੋਏ ਨੇ। ਫਿਰ ਇਹਦੇ ਨਾਲ ਕੋਈ ਹੋਰ ਤੱਤ ਕਿਵੇਂ ਲੱਗ ਸਕਦਾ, ਨਾ ਹਾਈਡਰੋਜਨ, ਆਕਸੀਜਨ, ਸਲਫਰ, ਕੋਈ ਵੀ ਜਾਂ ਹੈਲੋਜਨ ਹੈ, ਕਿਸ ਤਰ੍ਹਾਂ ਲੱਗ ਸਕਦਾ। ਉਸ ਦੇ ਲਈ ਕੀ ਹੋਊਗਾ, ਜਿਹੜੀ ਇਹ ਹਾਈਡਰੋਜਨ ਹੈ ਕੋਈ ਵੀ ਇੱਕ ਚਾਰਾਂ 'ਚ ਵਿਸਥਾਪਿਤ ਹੋ ਜਾਏਗੀ, ਉਹਦੀ ਜਗ੍ਹਾ ਕੌਣ ਆ ਜਾਏਗਾ, ਹੈਲੋਜਨ ਗਰੁੱਪ ਆ ਜਾਏਗਾ। ਕਾਰਬਨ, ਹਾਈਡਰੋਜਨ, ਹਾਈਡਰੋਜਨ, ਹਾਈਡਰੋਜਨ ਐਂਡ ਹਾਈਡਰੋਜਨ। ਇਹਦੇ ਵਿੱਚ ਕੀ ਹੋਏਗਾ, ਇੱਕ ਹਾਈਡਰੋਜਨ ਰਿਮੂਵ ਹੋ ਜਾਏਗੀ, ਉਹਦੀ ਜਗ੍ਹਾ ਕੌਣ ਆ ਜਾਏਗਾ, ਇੱਕ ਕਲੋਰੀਨ ਆ ਜਾਏਗਾ, ਠੀਕ ਹੈ। ਸੋ ਜਿਹੜਾ ਇਹ ਵਾਲਾ ਬਾਕੀ ਤਿੰਨਾਂ ਦੇ ਨਾਲੋਂ ਅਲੱਗ ਹੈ, ਇਸ ਕਰਕੇ ਇਹਨੂੰ ਕੀ ਕਵਾਂਗੇ, ਵਿਖਮ ਪਰਮਾਣੂ ਕਵਾਂਗੇ। ਜਿਹੜਾ ਹਾਈਡਰੋਜਨ ਨੂੰ ਵਿਸਥਾਪਿਤ ਕਰੂਗਾ ਕੋਈ ਵੀ ਹੈ, ਉਹਨੂੰ ਕੀ ਕਿਹਾ ਜਾਊਗਾ, ਵਿਖਮ ਪਰਮਾਣੂ ਕਿਹਾ ਜਾਊਗਾ। ਹੁਣ ਇਹ ਕੀ ਨੇ, ਜਿਹੜੇ ਵਿਖਮ ਪਰਮਾਣੂ ਨੇ ਇਹ ਇਹਨੂੰ ਵਿਸ਼ੇਸ਼ ਗੁਣ ਪ੍ਰਦਾਨ ਕਰਨਗੇ। ਮੀਥੇਨ ਹੈ ਜਿਹੜੀ, ਜਿਵੇਂ ਮੀਥੇਨ ਦਾ ਪਹਿਲਾ ਗੁਣ ਹੋਰ ਸੀ, ਹੁਣ ਜਦੋਂ ਵਿਖਮ ਪਰਮਾਣੂ ਕਲੋਰੀਨ ਲੱਗ ਗਿਆ ਤਾਂ ਇਹਦਾ ਗੁਣ ਬਦਲ ਜਾਣਗੇ ਬਿਲਕੁਲ। ਹੁਣ ਜਿਹੜੇ ਇਹ ਗੁਣ ਨੇ ਸਾਰੇ ਦੇ ਸਾਰੇ ਇਸ ਕਿਰਿਆਤਮਕ ਸਮੂਹ ਦੇ ਉੱਤੇ ਨਿਰਭਰ ਕਰਨਗੇ, ਫੰਕਸ਼ਨਲ ਗਰੁੱਪ ਦੇ ਉੱਤੇ ਨਿਰਭਰ ਕਰਨਗੇ, ਠੀਕ ਹੈ ਜੀ। ਸੋ ਇਸ ਤਰ੍ਹਾਂ ਨਾਲ ਜਿਹੜੇ ਫੰਕਸ਼ਨਲ ਗਰੁੱਪ ਨੇ, ਇਹਨੇ ਵਿਖਮ ਪਰਮਾਣੂ ਨੇ ਜਿਹੜੇ 2 ਡਿਵੀਜ਼ਨਾਂ ਕੀਤੀਆਂ ਹੋਈਆਂ ਨੇ, ਇੱਕ ਤਾਂ ਹੈਲੋਜਨ ਪਰਿਵਾਰ ਦੀਆਂ ਕਲੋਰੋ ਅਤੇ ਬ੍ਰੋਮੋ, ਇਹਦਾ ਨਾਮ ਹੋਏਗਾ ਕਲੋਰੋਮੀਥੇਨ,
ਕਲੋਰੋ ਅੱਗੇ ਲੱਗ ਗਿਆ ਕਲੋਰੀਨ ਕਰਕੇ ਤਾਂ ਨਾਮ ਕੀ ਬਣ ਗਿਆ ਕਲੋਰੋਮੀਥੇਨ। ਜੇ ਬਰੋਮੀਨ ਲੱਗਿਆ ਹੁੰਦਾ ਇੱਥੇ ਤਾਂ ਨਾਮ ਕੀ ਹੋ ਜਾਣਾ ਸੀ ਬ੍ਰੋਮੋਮੀਥੇਨ। ਠੀਕ ਹੈ। ਸੋ ਸੇਮ ਤਰੀਕੇ ਨਾਲ ਆਕਸੀਜਨ ਹੈ ਜਿਹੜੀ ਉਹ 4 ਤਰ੍ਹਾਂ ਨਾਲ ਬਣਾਉਂਦੀ ਹੈ, ਵਿਸਥਾਪਿਤ ਕਰਦੀ ਹੈ। ਪਹਿਲਾ OH ਗਰੁੱਪ ਜਿਹਨੂੰ ਕੀ ਬੋਲਦੇ ਆ ਅਲਕੋਹਲ ਗਰੁੱਪ। ਜੇ ਕਿਤੇ ਵੀ ਮੰਨ ਲਓ CH3OH ਮਿਲਦਾ ਤੁਹਾਨੂੰ, H3 ਕਿਉਂ ਆਇਆ ਕਿਉਂਕਿ ਇੱਕ H ਨੂੰ ਕਿਹਨੇ ਹਟਾਤਾ OH ਗਰੁੱਪ ਨੇ ਹਟਾਤਾ। ਸੋ ਇਹ ਇਸ ਤਰ੍ਹਾਂ ਬਣੇਗਾ, OH ਇਸ ਤਰ੍ਹਾਂ ਆ ਜਾਏਗਾ, ਬਾਕੀ ਤਿੰਨੋਂ H ਹੈ ਜਿਹੜੇ ਤੁਹਾਡੇ ਉਸੇ ਤਰ੍ਹਾਂ ਲੱਗੇ ਹੋਏ ਨੇ। ਇੱਕ H ਦੀ ਜਗ੍ਹਾ ਕੀ ਆ ਗਿਆ OH ਗਰੁੱਪ, ਤਾਂ ਇਹ ਕੀ ਹੋਏਗਾ ਅਲਕੋਹਲ ਗਰੁੱਪ। ਅਗਰ ਐਲਡੀਹਾਈਡ ਗਰੁੱਪ ਹੈ ਤਾਂ ਆ OH ਦੀ ਜਗ੍ਹਾ ਦੇ ਉੱਤੇ ਆ ਕੰਪਲੀਟ ਜਿਹੜਾ ਆਹ ਵਾਲਾ ਇਹ ਗਰੁੱਪ ਲੱਗ ਜਾਏਗਾ ਕਿਸ ਤਰ੍ਹਾਂ ਨਾਲ CH3CH। ਅਗਰ ਕੀਟੋਨ ਦੀ ਗੱਲ ਕਰੀਏ ਤਾਂ ਕੀਟੋਨ ਦੇ ਵਿੱਚ ਕੀ ਹੋਏਗਾ ਡਬਲ ਲੱਗੇਗਾ ਦੋਨੋਂ ਸਾਈਡ ਦੇ ਉੱਤੇ, ਕਿਸ ਤਰ੍ਹਾਂ CH3 CH2 C ਡਬਲ ਬੌਂਡ O CH H C ਡਬਲ ਬੌਂਡ O CH H। ਸੋ ਇਹ ਕੀਟੋਨ ਗਰੁੱਪ ਹੈ, ਇਸ ਤਰ੍ਹਾਂ ਨਾਲ ਮਿਡਲ ਦੇ ਵਿੱਚ ਲੱਗ ਗਿਆ। ਸੇਮ ਤਰੀਕੇ ਨਾਲ ਕਾਰਬੋਕਸਿਲਿਕ ਗਰੁੱਪ ਹੈ ਜਿਹੜਾ ਉਹ ਲੱਗੇਗਾ COOH। ਇਹ ਤੇਜ਼ਾਬ ਦਾ ਗਰੁੱਪ ਹੈ, ਕਿਤੇ ਵੀ ਲੱਗਿਆ ਹੋਏਗਾ ਮੀਥੇਨੋਇਕ ਤੇਜ਼ਾਬ, ਈਥੇਨੋਇਕ ਤੇਜ਼ਾਬ। ਇਥ ਕਿਹਦੇ ਲਈ ਲੱਗਦਾ ਹੁੰਦਾ ਗਾ ਜਦੋਂ ਦੋ ਕਾਰਬਨ, ਈਥੇਨੋਇਕ ਤੇਜ਼ਾਬ। ਠੀਕ ਹੈ। ਸੋ ਮੇਨ ਆਪਾਂ ਨੇ ਕੀ ਯਾਦ ਰੱਖਣਾ, ਜਿਹੜਾ ਕਿਰਿਆਤਮਕ ਸਮੂਹ ਹੈ ਉਹਦੀ ਕਿਰਿਆ ਕਰਨ ਦੀ ਦਰ ਨੂੰ ਵਿਸਥਾਪਿਤ ਵਧਾਉਂਦਾ ਹੈ, ਕਿਰਿਆ ਕਰਾਉਂਦਾ ਉਹਨੂੰ, ਜਾਂ ਉਹਦੇ ਗੁਣਾਂ ਨੂੰ ਕੀ ਕਰਦਾ ਹੈ ਬਦਲਦਾ ਹੈ, ਵਿਸ਼ੇਸ਼ ਗੁਣ ਪ੍ਰਦਾਨ ਕਰਦਾ ਹੈ। ਸੋ ਕਿਰਿਆਤਮਕ ਸਮੂਹ ਦੇ ਨਾਲ ਹੁਣ ਅੱਗੇ ਜਿਹੜੀ ਇੰਪੋਰਟੈਂਟ ਕੁਐਸਚਨ ਆਉਂਦਾ ਜਿਹੜਾ ਪੇਪਰ ਦੇ ਵਿੱਚ, ਅਤੇ ਸਮਝਣ ਵਾਲੀ ਗੱਲ ਕੀ ਹੈ ਸਮਝਾਤੀ ਲੜੀ। ਸਮਝਾਤੀ ਲੜੀ ਕੀ ਹੁੰਦੀ ਹੈ, ਅਜਿਹੇ ਯੌਗਿਕਾਂ ਦੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਕੀ ਕਰਦਾ ਵਿਸਥਾਪਿਤ ਕਰਦਾ, ਉਹਨੂੰ ਸਮਝਾਤੀ ਲੜੀ ਕਹਿੰਦੇ ਆ। ਸਪੋਜ਼ ਕਰੋ ਆਪਾਂ ਮੀਥੇਨ ਦੀ ਗੱਲ ਕਰ ਰਹੇ ਹਾਂ, ਉਹਦੀ ਐਲਕੇਨ ਦੀ C2H6 C3H8 C4H10। ਇਹ ਤੁਹਾਡਾ ਕੀ ਆ ਗਿਆ ਮੀਥੇਨ ਦਾ ਪਰਿਵਾਰ ਆ ਗਿਆ। 2 ਦੇ ਲਈ 6 ਹੋਣਗੇ, 3 ਦੇ ਲਈ 8 ਹੋਣਗੇ, 4 ਦੇ ਲਈ 10 ਹੋਣਗੇ। ਹੁਣ ਇਹਦੇ 'ਚ ਇੱਕ ਹਾਈਡਰੋਜਨ ਆਪਾਂ ਹਟਾਈ ਜਾਵਾਂਗੇ ਅਤੇ ਉਹਦੀ ਜਗ੍ਹਾ ਕੀ ਲਾਈ ਜਾਵਾਂਗੇ ਇੱਕ ਅਲਕੋਹਲ ਗਰੁੱਪ ਲਾਈ ਜਾਵਾਂਗੇ। ਇਹਦਾ ਕਿਹੜਾ ਬਣੂਗਾ CH3OH। ਇਹਦਾ ਕਿਹੜਾ ਬਣੇਗਾ C2H5OH। ਇਹਦਾ ਕਿਹੜਾ ਬਣੇਗਾ C3H7OH। ਇਹਦਾ ਕਿਹੜਾ ਬਣੇਗਾ C4H9OH। ਸੋ ਇਹ ਕਿਹੜੇ ਆ ਗਈ ਸਾਰੀ ਦੀ ਸਾਰੀ ਕੀ ਆ ਗਈ ਸਮਝਾਤੀ ਲੜੀ ਆ ਗਈ। ਇਹਦੇ ਵਿੱਚ ਸਥਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਆ ਜਿਹੜਾ ਵਿਸਥਾਪਿਤ ਕਰਦਾ ਚਲਿਆ ਜਾਂਦਾ। ਹੁਣ ਅਗਰ ਆਪਾਂ ਇਹਨਾਂ ਦੋਨਾਂ ਦੇ ਵਿੱਚ ਅੰਤਰ ਦੇਖੀਏ ਕੀ ਹੈ, ਇੱਕ ਤਾਂ ਕਾਰਬਨ ਵੱਧ ਰਿਹਾ, ਹਾਈਡਰੋਜਨ ਕਿਆ ਵੱਧ ਰਹੇ ਨੇ 2। ਇੱਧਰ ਵੀ ਦੇਖੀਏ ਇੱਕ ਕਾਰਬਨ ਵੱਧ ਰਿਹਾ, ਕਾਰਬਨ ਕਿੰਨੇ ਵੱਧ ਰਹੇ ਨੇ 1, ਹਾਈਡਰੋਜਨ ਕਿੰਨੀਆਂ ਵੱਧ ਰਹੀਆਂ ਨੇ 2, 3 ਤੋਂ ਕਿੰਨੀਆਂ ਹੋ ਗਈਆਂ 2 5। OH ਸੇਮ। ਤਾਂ ਜਿਹੜੇ ਸਮਝਾਤੀ ਲੜੀ ਦੇ ਨਾਲ ਲੱਗਦੇ ਜਿਹੜੇ ਯੌਗਿਕ ਹੋਣਗੇ ਉਹਨਾਂ ਦੇ ਵਿੱਚ ਕ੍ਰਮਵਾਰ ਕਿੰਨਾ ਅੰਤਰ ਹੋਊਗਾ CH2 ਇਕਾਈ ਦਾ ਅੰਤਰ। ਇੰਪੋਰਟੈਂਟ ਹੈ ਇਹ ਪੁਆਇੰਟ। ਸਮਝਾਤੀ ਲੜੀ ਦੇ ਜਿਹੜੇ ਦੋ ਨਾਲ ਲੱਗਦੇ ਯੌਗਿਕ ਹੋਣਗੇ ਉਹਨਾਂ ਦੇ ਵਿੱਚ ਅੰਤਰ ਕਿੰਨਾ ਹੋਏਗਾ CH2 ਦਾ ਅੰਤਰ ਹੋਏਗਾ। ਸੋ ਹੁਣ ਕਾਰਬਨ ਦਾ ਆਪਾਂ ਨੂੰ ਪਤਾ ਮਾਸ ਕਿੰਨਾ ਹੁੰਦਾ 12 ਐਟੋਮਿਕ ਯੂਨਿਟ, ਹਾਈਡਰੋਜਨ ਦਾ ਕਿੰਨਾ ਹੁੰਦਾ 1 ਐਟੋਮਿਕ ਯੂਨਿਟ। ਸੋ ਕਿੰਨੇ ਦਾ ਡਿਫਰੈਂਸ ਆ ਰਿਹਾ ਸੀ CH2 ਦਾ। ਹੁਣ ਕਾਰਬਨ ਦਾ ਕਿੰਨਾ ਹੈ 12, ਹਾਈਡਰੋਜਨ ਕਿੰਨੀਆਂ ਨੇ ਗਈਆਂ 2, ਤਾਂ ਟੋਟਲ ਕਿੰਨੇ ਮਾਸ ਯੂਨਿਟ ਦਾ ਫਰਕ ਹੋਊਗਾ 40। ਤਾਂ ਅਗਰ ਆਪਾਂ ਨੇ ਸੈਕਿੰਡ ਅਣਵੀ ਪੁੰਜ ਦੇ ਆਧਾਰ 'ਤੇ ਦੱਸਣਾ ਹੋਵੇ ਤਾਂ ਦੋ ਜਿਹੜੇ ਸਮਝਾਤੀ ਲੜੀ ਦੇ ਨਾਲ ਲੱਗਦੇ ਯੌਗਿਕ ਨੇ ਉਹਨਾਂ ਦੇ ਵਿੱਚ ਪੁੰਜ ਦਾ ਅੰਤਰ ਕਿੰਨਾ ਹੋਊਗਾ ਅਣਵੀ ਪੁੰਜ ਦਾ 14 ਐਟੋਮਿਕ ਮਾਸ ਯੂਨਿਟ ਦਾ ਅੰਤਰ ਹੋਏਗਾ। ਸੋ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਹੈ, ਜਦੋਂ ਜਿਵੇਂ ਸਮਝਾਤੀ ਲੜੀ ਦਾ ਅਣਵੀ ਪੁੰਜ ਵੱਧਦਾ ਜਾਊਗਾ, ਅਣਵੀ ਪੁੰਜ ਵਧਣ ਦਾ ਮਤਲਬ ਕੀ ਹੋ ਗਿਆ। ਸਪੋਜ਼ ਕਰੋ ਆਪਾਂ ਉਹੀ ਪਹਿਲਾਂ ਵਾਲੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ CH3OH C2H5OH C3H7OH C4H9OH। ਜਿਵੇਂ ਨੀਚੇ ਜਾ ਰਹੇ ਆ ਅਣਵੀ ਪੁੰਜ ਵੱਧਦਾ ਜਾ ਰਿਹਾ ਕਿਉਂਕਿ ਕਾਰਬਨਾਂ ਦੀ ਗਿਣਤੀ ਹੈ ਜਿਹੜੀ ਵੱਧਦੀ ਜਾ ਰਹੀ ਹੈ। ਅਣਵੀ ਪੁੰਜ ਦੇ ਵਧਣ ਦੇ ਨਾਲ ਪਿਘਲਾਓ ਦਰਜੇ ਅਤੇ ਉਬਾਲ ਦਰਜੇ ਅੰਕਾਂ ਦੇ ਵਿੱਚ ਵੀ ਕੀ ਹੋਊਗਾ ਵਾਧਾ ਹੋਊਗਾ।
ਹੋਰ ਵੀ ਭੌਤਿਕ ਗੁਣ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਜਿਹੜੀ ਤਰਤੀਬ ਹੈ ਤੁਹਾਨੂੰ ਦਿਖਾਈ ਦੇਊਗੀ, ਪਰ ਜਿਹੜੇ ਰਸਾਇਣਿਕ ਗੁਣ ਨੇ ਉਹ ਆਹ ਵਾਲੇ ਕਿਰਿਆਤਮਕ ਸਮੂਹ ਨੇ ਨਿਸ਼ਚਿਤ ਕਰਨੇ ਆ। ਜਿਹੜਾ ਉਹਦੇ ਨਾਲ ਲੱਗਿਆ ਹੋਇਆ OH ਲੱਗਿਆ ਹੋਇਆ ਤਾਂ ਇਹਨੇ ਡਿਸਾਈਡ ਕਰਨਾ ਵੀ ਉਹਦੇ ਵਿੱਚ ਕਿਹੜੇ ਗੁਣ ਹੋਣਗੇ ਰਸਾਇਣਿਕ। ਸੋ ਸਮਜਾਤੀ ਲੜੀ ਦੇ ਜਿਹੜੇ ਰਸਾਇਣਿਕ ਗੁਣ ਨੇ ਉਹ ਕੀ ਰਹਿੰਦੇ ਨੇ, ਸੇਮ ਰਹਿੰਦੇ ਨੇ। ਅਗਰ ਆਪਾਂ ਐਸਟਰ ਪਰਿਵਾਰ ਦੀ ਗੱਲ ਕਰੀਏ, ਵੈਸੇ 'ਚ ਪੜ੍ਹਿਆ ਨਹੀਂ ਆਪਾਂ ਨੇ, ਜਾਂ ਤੇਜ਼ਾਬ ਕਾਰਬੋਕਸਿਲਿਕ ਤੇਜ਼ਾਬ ਦੀ ਗੱਲ ਕਰੀਏ, ਠੀਕ ਹੈ, ਕਾਰਬੋਕਸਿਲਿਕ ਤੇਜ਼ਾਬਾਂ ਦੇ ਵਿੱਚ ਜੇਕਰ ਆਪਾਂ ਅਗਲੇ ਪਰਿਵਾਰ ਯੌਗਿਕਾਂ ਦੀ ਗੱਲ ਕਰਾਂਗੇ ਤਾਂ ਸਾਰੇ ਦੇ ਸਾਰੇ ਕੀ ਹੋਣਗੇ, ਤੇਜ਼ਾਬ ਹੀ ਹੋਣਗੇ। ਅਲਕੋਹਲ ਦੀ ਗੱਲ ਕਰੀਏ ਤਾਂ ਸਾਰੇ ਦੇ ਸਾਰੇ ਕੀ ਹੋਣਗੇ, ਬਲਣਸ਼ੀਲ ਹੋਣਗੇ। ਇਹ ਇਹਨਾਂ ਦੇ ਰਸਾਇਣਿਕ ਗੁਣ ਨੇ। ਇਸੇ ਤਰ੍ਹਾਂ ਨਾਲ ਆਪਾਂ ਕਿਰਿਆ 4.2 ਕਰਨੀ ਹੈ। ਆਪਾਂ ਨੂੰ ਅਣਵੀ ਪੁੰਜਾਂ ਦੀ ਕੱਢਣ ਦੀ ਦੱਸਿਆ ਗਿਆ ਵੀ ਅਣਵੀ ਪੁੰਜਾਂ ਦੇ ਅੰਤਰ ਦੀ ਗਣਨਾ ਕਰਨੀ ਹੈ ਆਪਾਂ ਨੇ। ਅਗਰ ਮੰਨ ਲਓ ਪਹਿਲਾ ਐਗਜ਼ਾਮਪਲ ਲੈ ਰਹੇ ਹਾਂ CH3OH ਅਤੇ C2H5OH ਦੀ, ਕਿਹੜੇ CH3OH ਅਤੇ C2H5OH, ਦੋਨਾਂ ਦੇ ਅਣਵੀ ਪੁੰਜ ਦਾ ਅੰਤਰ ਪਤਾ ਕਰਨਾ ਗਾ। ਕਾਰਬਨ ਦਾ ਕਿੰਨਾ ਹੁੰਦਾ, 12, ਹਾਈਡਰੋਜਨ ਦਾ ਕਿੰਨਾ ਹੁੰਦਾ, 1, ਕਿੰਨੀਆਂ ਨੇ, 3, ਪਲੱਸ ਆਕਸੀਜਨ ਦਾ ਕਿੰਨਾ ਹੁੰਦਾ, 16, H ਦਾ ਕਿੰਨਾ ਹੋ ਗਿਆ, 1। ਟੋਟਲ ਕਿੰਨਾ ਬਣ ਗਿਆ ਇਹ, 12 + 3 + 16 + 1, 32 U ਇਹਦਾ ਆ ਗਿਆ। ਹੁਣ ਇਹਦੀ ਗੱਲ ਕਰਨੀ ਹੋਵੇ, ਕਾਰਬਨ ਕਿੰਨੇ ਨੇ, 2, ਪਲੱਸ ਹਾਈਡਰੋਜਨਾਂ ਕਿੰਨੀਆਂ ਨੇਗੀਆਂ, 5, ਆਕਸੀਜਨ ਕਿੰਨੇ ਹੈਗੇ, 1। ਸੋ ਇਹਦਾ ਕਿੰਨਾ ਆ ਗਿਆ, 24 + 5 + 16 + 1, ਤਾਂ ਟੋਟਲ ਕਿੰਨਾ ਆਏਗਾ ਇਹਦਾ, 46। ਦੋਨਾਂ ਦਾ ਡਿਫਰੈਂਸ ਕਿੰਨਾ ਆ ਗਿਆ, 46 - 32 ਕਿੰਨਾ ਆ ਗਿਆ ਤੁਹਾਡਾ, 14। ਸੋ ਇਹਦਾ ਮਤਲਬ ਦੋਨਾਂ ਦੇ ਸੂਤਰਾਂ ਦੇ ਵਿੱਚ ਕੀ ਅੰਤਰ, 14 ਦਾ। ਇਹਦੇ ਵਿੱਚ ਅੰਤਰ ਕੱਢੋਗੇ ਉਹ ਵੀ 14 ਦਾ ਆਊਗਾ, ਇਹਨਾਂ ਦੋਨਾਂ 'ਚ ਅੰਤਰ ਕੱਢੋਗੇ ਉਹ ਵੀ 14 ਦਾ। ਤਿੰਨਾਂ 'ਚ ਕੀ ਸਮਾਨਤਾ ਹੈਗੀ, ਜਿਹੜਾ ਪੁੰਜ ਦਾ ਡਿਫਰੈਂਸ ਆ ਉਹ ਕਿੰਨਾ ਆ ਰਿਹਾ ਹੈਗਾ, 14 ਐਟੋਮਿਕ ਮਾਸ ਯੂਨਿਟ ਆ ਰਿਹਾ। ਸੋ ਜਦੋਂ ਇਹਨਾਂ ਨੂੰ ਤਿਆਰ ਕਰਨ ਦੇ ਲਈ ਤੁਸੀਂ ਕਾਰਬਨ ਦੇ ਪਰਮਾਣੂਆਂ ਦੇ ਵੱਧਦੇ ਕ੍ਰਮ 'ਚ ਲਿਖੋਗੇ ਤਾਂ ਇਹ ਸਾਰਾ ਅਲਕੋਹਲ ਪਰਿਵਾਰ ਆ ਗਿਆ ਤੁਹਾਡਾ, CH3OH, C2H5OH, C3H7OH ਅਤੇ C4H9OH। ਇਹ ਸਾਰੇ ਪਰਿਵਾਰ ਨੂੰ ਆਪਾਂ ਸਮਝਾਤੀ ਲੜੀ ਕਹਿ ਸਕਦੇ ਹਾਂ, ਕਹਿ ਸਕਦੇ ਹਾਂ। ਕਿਉਂ, ਕਿਉਂਕਿ CH2 ਦਾ ਅੰਤਰ ਹੈ, ਪਲੱਸ ਦੂਜੇ ਨੰਬਰ ਦੇ ਉੱਤੇ ਜਿਹੜਾ ਕਿਰਿਆਤਮਕ ਸਮੂਹ ਆ ਉਹ ਕੀ ਹੈਗਾ, ਸੇਮ। ਜੇ ਹੁਣ ਇਸੇ ਤਰੀਕੇ ਨਾਲ ਤੁਸੀਂ ਆਹ ਲੜੀ ਦੇ ਵਿੱਚੋਂ ਜਿਹੜਾ ਜਿਵੇਂ CHO ਲਗਾ ਕੇ ਪਰਿਵਾਰ ਤਿਆਰ ਕਰਨਾ, ਲੜੀ ਲਗਾਉਣੀ ਹੈ, ਮੈਂ ਇੱਕ CHO ਨਾਲ ਤਿਆਰ ਕਰ ਦਿੰਦਾ, ਤੁਸੀਂ COOH ਨਾਲ ਤੁਸੀਂ ਖੁਦ ਕਰ ਲੈਣਾ। ਉਹ ਕਿਵੇਂ ਕਰਨਾ, CH4 ਪਤਾ ਆਪਾਂ ਨੂੰ, C2H6 ਪਤਾ ਆਪਾਂ ਨੂੰ, C3H8 ਪਤਾ ਹੈ, C4H10। ਹੁਣ ਆਪਾਂ ਗਰੁੱਪ ਕਿਹੜਾ ਲਗਾਉਣਾ ਹੈ, CHO। ਇੱਕ ਹਾਈਡਰੋਜਨ ਹਟਾਓ, CH3CHO, C2H5CHO, C3H7CHO, C4H9CHO। ਇਹ ਸਾਰੀ ਦੀ ਸਾਰੀ ਕੀ ਬਣ ਗਈ, ਸਮਜਾਤੀ ਲੜੀ ਬਣ ਗਈ। ਸੋ ਇਸ ਤਰ੍ਹਾਂ ਨਾਲ ਤੁਸੀਂ ਯਾਦ ਕਰ ਲੈਣਾ ਇਹਨੂੰ। ਹੈਲੋਜਨ ਪਰਿਵਾਰ ਕਿਹੜਾ ਹੁੰਦਾ ਹੈ, ਅਲਕੋਹਲ ਦਾ ਕਿਹੜਾ ਹੁੰਦਾ, ਐਲਡੀਹਾਈਡ ਦਾ ਕਿਹੜਾ ਹੁੰਦਾ, ਕੀਟੋਨ ਦਾ ਕਿਹੜਾ ਹੁੰਦਾ, ਅਤੇ ਕਾਰਬੋਕਸਿਲਿਕ ਤੇਜ਼ਾਬ ਦਾ ਕਿਹੜਾ ਫਾਰਮੂਲਾ ਹੁੰਦਾ। ਨਾਓ ਥੈਂਕਸ ਫॉर ਵਾਚਿੰਗ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਸਬਸਕ੍ਰਾਈਬ ਜ਼ਰੂਰ ਕਰੋ ਬੇਟਾ ਇਸ ਨੂੰ, ਤਾਂ ਕਿ ਤੁਹਾਨੂੰ ਜਦੋਂ ਵੀ ਲੈਕਚਰ ਪੈਂਦਾ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਮਿਲਦੀ ਰਹੇ। ਥੈਂਕ ਯੂ।